चौर शत्रुतख दे मालिक धन धन गुरु ग्रंथ साहिब जी की पावन पवित्र हजूरी अंदर सज बैठी गुरु प्यारी गुरु सवारी साध संगत जीओ, वडभागे हो जो इस समय पातशाह जी की पावन गोद अंदर सज करके ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਪਾਤਸ਼ਾਹ ਜੀ ਦੀ ਲੜੀਵਾਰ ਪਾਵਨ ਸਹਿਜ ਪਾਠ ਸੰਥਿਆ ਨਾਲ ਸਾਂਝ ਪਾ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 99 ਦੇ ਉੱਤੋਂ ਅੱਜ ਦੀ ਸਹਿਜ ਪਾਠ ਦੀ ਵਿਚਾਰ ਆਰੰਭ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਪੰਜਵਾਂ। ਸਗਲ ਸੰਤਨ ਪਹਿ ਵਸਤ ਇਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ। सतगुरु गुरु अर्जन साहब पातशाह जी दे माझ राग दे अंदर ये 11वां शब्द है। सतगुरु जी रहमत कर रहे हैं। सगल संतन पह वस्त एक मंगो। वस्तु एक लैनी है ते मंगी किन्नियां तो जा रही है? संतन। सगल भी नाल लिखिया पर नाल संतन भी लिखिया होया है। भाव बहुतियां तो कि ਜਿਹੜੇ तेरी भजन बंदगी करन वाले है, ਜਿਹੜੇ तेरे हुक्म विच चलदे है कि हे प्रभु मैं तेरा भजन करन वाले सारे बंदियां तो, मनुखां तो, सेवकां तो, भगतां तो मैं तेरा नाम पदार्थ ही मंगदा हाँ। इक्को ही वस्तु मंगदा, होर बहुतियां वस्तुआं कोई मैनूं जरूरत नहीं है ना मैं मंगदा। मैं एक वस्तु भाव नाम पदार्थ ही मंगदा हाँ। करो बेनंती मान त्यागो। पहली लाइन दे विच मांगों दे उत्ते सतगुरु जी ने इत्थे बिंदी प्रिंट है। अगले पासे करो मैं करां, जिवें आपां सोहिला साहब दे अखीरले शब्द विच करो बेनंती सुनो मेरे मीता। इस तरह करो बेनंती इत्थे भी कि मैं बेनती करदा हाँ अते मान त्यागो अते त्यागदा हाँ। मैं त्यागदा हाँ किते उन्हां अगे बेनती करदा हाँ जिहड़े तेरा नाम सिमरन करदे है, तेरे दस्से अनुसार जीवन बिताउंदे है, अते कि किसी तरह मैं अपने अंदरों अहंकार दूर कर सकां। बेनती करदा मैं उन्हां दे अगे, करो बेनती बेनती करदा कि मैनू एक वस्त जिहड़ी है नाम रूप पदार्थ जिहड़ा है वो दिओ ताकि मैं जिहड़ा है अपने अंदरों अहंकार दूर कर सकां। वार वार जाई लख वरिया, दे संतन की धूरा जियो। वार वार जाई भाव बलिहार जाना, कुर्बान जाना, सदके जाना। जाई मैं जावां, जाई नहीं जाई नासकी उच्चारण होएगा। मैं जावां। वरिया तो भाव वारी, वारी कि हे प्रभु मैं लखां वार तेरे संतां तो सदके कुर्बान जांदा हाँ। दे संतन की धूरा जियो। मैनू अपने सेवकां संतां दे चरनां दी धूड़ बख्श, भाव उन्हां दी संगत बख्श कि मैं उन्हां दे विच मिल सकां ते उन्हां तो नाम पदार्थ प्राप्त कर सकां। उन्हां तो राह पुछ सकां कि किहड़े रस्ते उत्ते चल के तुसीं मालक दे नाल इकमिक होए हो। तुम दाते तुम पुरख विधाते, तुद समरथ सदा सुख दाते।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਰਹਿਮਤ ਕੀਤੀ ਹੈ, ਤੁਮ ਦਾਤੇ ਤੁਮ ਪੁਰਖ ਵਿਧਾਤੇ। ਪੁਰਖ ਵਿਧਾਤਾ ਤੋਂ ਭਾਵ ਪੁਰਖ ਤੋਂ ਭਾਵ ਪੂਰਿਆ ਹੋਇਆ ਕਿ हे ਪ੍ਰਭੂ ਤੂੰ ਸਭ ਜੀਵਾਂ ਨੂੰ ਕੀ ਹੈ, ਪੈਦਾ ਕਰਨ ਵਾਲਾ ਹੈ, ਭਾਵ ਵਿਧਾਤਾ ਹੈ, ਪੈਦਾ ਕਰਨ ਵਾਲਾ, ਵਿਧਾਤਾ ਪੈਦਾ ਕਰਨ ਵਾਲਾ ਹੈ। ਤੇ ਤੂੰ ਪੁਰਖ ਤੋਂ ਭਾਵ ਪੂਰਿਆ ਹੋਇਆ ਕਿ ਤੂੰ ਆਪ ਹੀ ਵਿੱਚ ਜਿਹੜਾ ਹੈ ਉਹ ਵਿਰਾਜਮਾਨ ਹੈ। ਕਰਤਾ ਪੁਰਖ ਦਾ ਹੀ ਇਹ ਰੂਪ ਹੈ। ਕਰਤਾ ਪੁਰਖ ਨੇ, ਕਰਤਾ ਤੋਂ ਭਾਵ ਬਣਾਉਣ ਵਾਲਾ, ਸ੍ਰਿਸ਼ਟੀ ਪੈਦਾ ਕਰਨ ਵਾਲਾ। ਇੱਥੇ ਵਿਧਾਤਾ ਵੀ ਕਿ ਜਿਹੜਾ ਬਣਾਉਣ ਵਾਲਾ, ਸ੍ਰਿਸ਼ਟੀ ਪੈਦਾ ਕਰਨ ਵਾਲਾ। ਪੁਰਖ ਤੋਂ ਭਾਵ ਪੂਰਿਆ ਕਿ ਸਭ ਵਿੱਚ ਵਿਆਪਕ ਹੈ। ਤੁਮ ਦਾਤੇ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਤੂੰ ਹੀ ਦਾਤਾਂ ਦਿੰਦਾ ਹੈ। ਤੁਮ ਸਮਰੱਥ ਸਦਾ ਸੁਖ ਦਾਤੇ, हे ਪ੍ਰਭੂ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ, ਤੂੰ ਹੀ ਸਾਰੇ ਸੁੱਖਾਂ ਦੇ ਦੇਣ ਵਾਲਾ ਹੈ। ਸੁਖ ਦਾਤੇ ਭਾਵ ਸਾਰੇ ਸੁੱਖਾਂ ਦੀ ਦਾਤ ਵੀ ਤੂੰ ਹੀ ਦਿੰਦਾ ਹੈ। ਸਭ ਕੋ ਤੁਮ ਹੀ ਤੇ ਵਰਸਾਵੈ, ਅਵਸਰ ਕਰਹੁ ਹਮਾਰਾ ਪੂਰਾ ਜਿਉ। ਅਵਸਰ ਦਾ ਅਰਥ ਕੀ ਹੁੰਦਾ ਜੀ? ਹਾਂਜੀ, ਮੌਕਾ, ਭਾਵ ਸਮਾਂ ਮਿਲ ਜਾਣਾ। ਕਿ ਸਮਾਂ, ਕਿ ਕੋਈ ਅਜਿਹਾ ਸਮਾਂ, ਕਿ ਕੋਈ ਇੱਕ ਕਹਿੰਦੇ ਕਿ ਮੌਕਾ ਮਿਲਿਆ ਸੀ, ਭਾਵ ਕਿ ਅਜਿਹਾ ਸਮਾਂ ਮਿਲਿਆ ਸੀ ਜਿਹਦੇ ਵਿੱਚ ਮੈਂ ਆਪਣਾ ਕਾਰਜ ਪੂਰਾ ਕਰ ਸਕਦਾ ਸੀ, ਬੜੇ ਛੇਤੀ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ, ਜਾਂ ਚੰਗੇ ਢੰਗ ਦੇ ਨਾਲ। ਇਸੇ ਤਰ੍ਹਾਂ ਸਭ ਕੋ ਤੁਮ ਹੀ ਤੇ ਵਰਸਾਵੈ, ਕਿ ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਉਂਦਾ ਹੈ, ਕਿ ਤੇਰੇ ਕੋਲੋਂ ਇੱਛਾ ਜਿਹੜੀਆਂ ਮੰਗਦਾ, ਤੁਮ ਹੀ ਤੇ ਵਰਸਾਵੈ ਭਾਵ ਫਲ ਪਾਉਂਦਾ ਹੈ। ਅਤੇ ਮੈਂ ਵੀ ਤੇਰੇ ਪਾਸੋਂ ਇਹ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ ਮੇਰਾ ਮਨੁੱਖਾ ਜਨਮ ਦਾ ਸਮਾਂ ਕਾਮਯਾਬ ਕਰ। ਅਵਸਰ ਕਰੋ ਹਮਾਰਾ, ਕਿ ਇਹ ਜਿਹੜਾ ਸਮਾਂ ਮਿਲਿਆ ਹੈ ਮਨੁੱਖਾ ਜਨਮ ਦਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਵਾਲਾ, ਇਹ ਕੀ ਹੈ, ਇਹ ਮੇਰਾ ਪੂਰਾ ਹੋ ਜਾਏ। ਇਸ ਕਰਕੇ ਮੈਂ ਨਾਮ ਦੀ ਦਾਤ ਮੰਗਦਾ ਹਾਂ, ਤੇ ਮੇਰਾ ਜਿਹੜਾ ਹੈ ਇਹ ਅਵਸਰ ਤੋਂ ਭਾਵ ਸਮਾਂ ਹੈ ਮਨੁੱਖਾ ਜਨਮ ਵਾਲਾ, ਤੇਰੇ ਨਾਲ, ਤੇਰੇ ਨਾਮ ਵਿੱਚ ਜੁੜ ਕੇ ਪੂਰਾ ਹੋ ਜਾਵੇ। ਦਰਸ਼ਨ ਤੇਰੇ ਭਵਨ ਪੁਨੀਤਾ, ਆਤਮ ਗੜ ਬਿਖਮ ਤਿਨਾਹੀ ਜੀਤਾ। ਪਾਤਸ਼ਾਹ ਜੀ ਆਖਣਗੇ ਦਰਸ਼ਨ ਤੇਰੇ ਭਵਨ ਪੁਨੀਤਾ। ਭਵਨ ਤੋਂ ਭਾਵ ਸਤਿਗੁਰੂ ਪਾਤਸ਼ਾਹ ਜੀ ਭਵਨ ਬਹੁਵਚਨ ਰੂਪ ਦੇ ਵਿੱਚ ਸ਼ਬਦ ਆਇਆ ਹੈ। ਸਤਿਗੁਰੂ ਜੀ ਨੇ ਆਖਿਆ, ਹੇ ਪ੍ਰਭੂ ਜੀ, ਜਿਨ੍ਹਾਂ ਬੰਦਿਆਂ ਨੇ ਤੇਰੇ ਦਰਸ਼ਨ ਦੀ ਬਰਕਤ ਨਾਲ ਆਪਣੇ ਸਰੀਰ ਨਗਰ ਪਵਿੱਤਰ ਕਰ ਲਏ ਨੇ। ਭਵਨ ਰੂਪ ਸਰੀਰ, ਕਿ ਸਰੀਰ ਦੀ ਗੱਲ ਕੀਤੀ ਹੈ ਕਿ ਜਦੋਂ ਤੇਰੇ ਦਰਸ਼ਨ ਕਰ ਲੈਂਦੇ ਹਾਂ ਤੇ ਉਦੋਂ ਕੀ ਹੈ, ਭਵਨ ਤੋਂ ਭਾਵ ਇਹ ਸਰੀਰ ਕੀ ਹੈ, ਜੋ ਬ੍ਰਹਮੰਡੇ ਸੋਈ, ਕਿ ਇਹ ਸਰੀਰ ਵੀ ਇੱਕ ਭਵਨ ਦੀ ਤਰ੍ਹਾਂ ਹੈ। ਤੇ ਜਿਹੜੇ ਭਵਨ ਤੇਰੇ ਦਰਸ਼ਨ ਕਰ ਲੈਂਦੇ ਨੇ, ਸਰੀਰ ਤੇਰੇ ਦਰਸ਼ਨ ਕਰ ਲੈਂਦੇ ਨੇ, ਜੁੜ ਜਾਂਦੇ ਨੇ, ਉਹ ਕੀ ਹੈ, ਪੁਨੀਤ ਹੋ ਜਾਂਦੇ, ਭਾਵ ਪਵਿੱਤਰ ਹੋ ਜਾਂਦੇ ਹਨ, ਪਵਿੱਤਰ ਕਰ ਲਏ ਹਨ। ਆਤਮ ਗੜ ਬਿਖਮ ਤਿਨਾ ਹੀ ਜੀਤਾ, ਕਿ ਉਹਨਾਂ ਨੇ ਹੀ ਇਸ ਔਖੇ ਮਨ ਕਿਲੇ ਨੂੰ ਵਸ ਵਿੱਚ ਕੀਤਾ ਹੈ। ਭਾਵ ਜਿਹੜਾ ਬੜਾ ਬਿਖਮ ਤੋਂ ਭਾਵ ਔਖਾ, ਕਿ ਜਿਹੜਾ ਬੜਾ ਬਿਖਮ ਹੈ, ਜਿਹੜਾ ਬੜਾ ਔਖਾ ਸੀ, ਉਸ ਮਨ ਰੂਪ ਕਿਲੇ ਨੂੰ, ਗੜ ਤੋਂ ਭਾਵ ਕਿਲਾ, ਕਿ ਇਹ ਮਨ ਰੂਪ ਜਿਹੜਾ ਕਿਲਾ ਹੈ, ਇਸ ਨੂੰ ਉਹਨਾਂ ਨੇ ਜਿੱਤ ਲਿਆ ਹੈ। ਮਨ ਜੀਤੈ ਜਗ, ਕਿ ਜਿਨ੍ਹਾਂ ਨੇ ਮਨ ਨੂੰ ਵਸ 'ਚ ਕਰ ਲਿਆ, ਮਨ ਨੂੰ ਜਿੱਤ ਲਿਆ, ਸਮਝ ਲਿਓ ਉਹਨਾਂ ਨੇ ਸਾਰੇ ਸੰਸਾਰ ਨੂੰ ਹੀ ਜਿੱਤ ਲਿਆ ਹੈ। ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਧ ਜੇਵੜ ਅਵਰ ਨ ਸੂਰਾ ਜਿਉ। ਸੂਰਾ ਤੋਂ ਭਾਵ ਸੂਰਮਾ,
ਕਿ ਤੁਮ ਦਾਤੇ ਤੁਮ ਪੁਰਖ ਵਿਦਾਤੇ। ਪਿਛਲੀ ਪੰਕਤੀਆਂ ਨੂੰ ਜੋੜ ਕੇ ਸਤਿਗੁਰੂ ਜੀ ਨੇ ਭਾਵ ਉਹੀ ਅਰਥ ਇੱਥੇ ਹੋਏ, ਤੁਮ ਦਾਤੇ ਕਿ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਤੁਮ ਪੁਰਖ ਵਿਦਾਤੇ, ਤੂੰ ਹੀ ਸਭ ਨੂੰ ਪੈਦਾ ਕਰਨ ਵਾਲਾ ਤੇ ਸਭ ਦੇ ਵਿੱਚ ਵਿਆਪਕ ਹੈ। ਅਤੇ ਤੁਧ ਜੇਵੜ ਅਵਰਣ ਸੂਰਾ ਜੀਓ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ, ਕੋਈ ਵੀ ਤੇਰੇ ਬਰਾਬਰ ਦਾ ਹੋਰ ਨਹੀਂ ਹੈ। ਹਾਂਜੀ, ਪਿੱਛੇ ਇੱਕ ਭਾਈ ਸਾਹਿਬ ਬੈਠੇ, ਤੁਸੀਂ ਪੋਥੀ ਲੈ ਲਓ, ਲੈ ਲਓ ਪੋਥੀ, ਕੋਈ ਗੱਲ ਨਹੀਂ, ਲੈ ਲਓ, ਦੂਰੋਂ ਜ਼ਿਆਦਾ ਦੇਖ ਰਹੇ ਹੋ, ਲੈ ਕੇ ਇਹ ਵੀ ਲੈ ਲਓ, ਪ੍ਰਕਾਸ਼ ਕਰ ਲਓ। ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਬਿਨਸੀ ਕੁਬੁੱਧ ਅਭਾਗੀ। ਹੁਣ ਸਤਿਗੁਰੂ ਪਾਤਸ਼ਾਹ, ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਕਿ ਰੇਨ ਤੋਂ ਭਾਵ ਚਰਨ ਧੂੜ। ਅਤੇ ਜਦੋਂ ਦੀ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ, ਕਿ ਜਦੋਂ ਤੋਂ ਮੈਨੂੰ ਸਤ ਸੰਗਤ ਪ੍ਰਾਪਤ ਹੋ ਗਈ ਹੈ, ਤੇਰੇ ਗੁਰਮੁਖਾਂ ਦਾ, ਤੇਰੇ ਸੇਵਕ ਜਨਾਂ ਦਾ, ਤੇਰੇ ਭਗਤਾਂ ਦਾ, ਤੇਰੇ ਪਿਆਰਿਆਂ ਦਾ ਮੈਨੂੰ ਕੀ ਹੈ, ਸਤ ਸੰਗ ਪ੍ਰਾਪਤ ਹੋ ਗਿਆ ਹੈ। ਤੇ ਉਦੋਂ ਹੋ ਕੀ ਗਿਆ ਫਿਰ, ਦੁਰਮਤ ਬਿਨਸੀ। ਦੁਰਮਤ, ਦੁਰਮਤ ਮਾੜੀ ਮੱਤ, ਭੈੜੀ ਮੱਤ, ਬਿਨਸੀ ਖਤਮ ਹੋ ਗਈ ਹੈ, ਮੁੱਕ ਗਈ ਹੈ, ਨਾਸ਼ ਹੋ ਗਈ ਹੈ। ਅਤੇ ਕੁਬੁੱਧ ਅਭਾਗੀ, ਅਭਾਗੀ ਤੋਂ ਭਾਵ ਭੱਜ ਗਈ, ਕੁਬੁੱਧ ਤੋਂ ਭਾਵ ਭੈੜੀ ਮੱਤ, ਕੋਝੀ ਮੱਤ, ਪੁੱਠੀ ਮੱਤ। ਕੁਬੁੱਧ ਆਪਾਂ ਕਹਿਣ ਕਿ ਕਬੁੱਧਿਆਂ ਵਾਲੇ ਕੰਮ ਕਰੀ ਜਾਣਾ, ਭਾਵ ਪੁੱਠੀ ਮੱਤ ਵਾਲੇ ਕੰਮ ਕਰੀ ਜਾਣਾ, ਸਿੱਧੇ ਕੰਮ ਨਹੀਂ ਕਰਦਾ। ਕਿ ਮੇਰੀ ਭੈੜੀ ਮੱਤ ਨਾਸ਼ ਹੋ ਗਈ ਹੈ ਤੇ ਮੇਰੀ ਕੋਝੀ ਅਕਲ ਜਿਹੜੀ ਹੈ ਉਹ ਦੂਰ ਭੱਜ ਗਈ ਹੈ। ਕਿ ਜਿਹੜੇ ਮੈਂ ਮੰਦੇ ਕਰਮ, ਆਪਣੀ ਮਾੜੀ ਮੱਤ ਨਾਲ ਮੰਦੇ ਕਰਮ ਕਰਦਾ ਸੀ, ਉਹ ਮੱਤ ਮੇਰੀ ਹੁਣ ਖਤਮ ਹੋ ਗਈ ਹੈ। ਤੇਰੇ ਸੇਵਕਾਂ, ਸੰਤਾਂ, ਭਗਤਾਂ ਦੀ ਸੰਗਤ ਦੇ ਵਿੱਚ ਆ ਕੇ, ਤੇਰੇ ਨਾਮ ਨੂੰ ਪ੍ਰਾਪਤ ਕਰਕੇ। ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਓ। ਕੂਰਾ ਤੋਂ ਭਾਵ ਕੂੜ, ਝੂਠ। ਪਾਤਸ਼ਾਹ ਜੀ ਆਖਣ ਲੱਗੇ, ਹੇ ਨਾਨਕ, ਜਿਹੜੇ ਬੰਦੇ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ, ਸੱਚ ਘਰ ਬੈਸ ਰਹੇ, ਘਰ ਦੇ ਰਾਰੇ ਨੂੰ ਸਿਆਰੀ ਹੈ, ਤੇ ਸੱਚ ਦੇ ਘਰ ਵਿੱਚ, ਭਾਵ ਸੱਚ ਕੌਣ ਹੈ, ਮਾਲਕ ਪਰਮੇਸ਼ਰ। ਕਿ ਜਿਹੜੇ ਮਾਲਕ ਦੇ ਚਰਨਾਂ ਵਿੱਚ, ਮਾਲਕ ਦੇ ਦਰ ਦੇ ਵਿੱਚ ਜਿਹੜੇ ਟਿਕੇ ਰਹਿੰਦੇ ਹਨ, ਬੈਠੇ ਰਹਿੰਦੇ ਹਨ, ਗੁਣ ਗਾਏ ਤੇ ਪ੍ਰਭੂ ਦੇ ਗੁਣ ਗਾਉਂਦੇ ਹਨ। ਨਾਨਕ ਬਿਨਸੇ ਕੂਰਾ ਜੀਓ, ਫਿਰ ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ ਝੂਠੇ ਸੰਸਕਾਰ ਹੈ, ਜਿਹੜੇ ਝੂਠੀਆਂ ਵਡਿਆਈਆਂ, ਇਹ ਕੀ ਹੈ, ਨਾਸ਼ ਹੋ ਜਾਂਦੇ, ਸਭ ਕੁਝ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਮਾਝ ਮਹਿਲਾ ਪੰਜਵਾਂ। ਵਿਸਰ ਨਾਹੀ ਏ ਵੱਡ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਵਿਸਰ ਨਾਹੀ ਏ ਵੱਡ ਦਾਤੇ, ਕਿ ਹੈ ਇਤਨੇ ਵੱਡੇ ਦਾਤਾਰ ਜੀਓ, ਵਿਸਰ ਨਾਹੀ, ਮੈਂ ਤੈਨੂੰ ਕਦੇ ਨਾ ਭੁਲਾਵਾਂ, ਮੈਨੂੰ ਕਦੇ ਨਾ ਵਿਸਰ, ਮੈਨੂੰ ਕਦੇ ਭੁੱਲ ਨਾ, ਇੰਨੀ ਕਿ ਮੇਰੇ ਉੱਤੇ ਰਹਿਮਤ ਕਰ ਕਿ ਮੈਂ ਤੈਨੂੰ ਭੁਲਾ ਨਾ ਦੇਵਾਂ, ਕਿਤੇ ਮੈਂ ਕਿਤੇ ਤੈਨੂੰ ਭੁੱਲ ਨਾ ਜਾਵਾਂ। ਕਰ ਕਿਰਪਾ ਭਗਤਨ ਸੰਗ ਰਾਤੇ, ਅਤੇ ਮੇਰੇ ਉੱਤੇ ਇਹ ਕਿਰਪਾ ਕਰ ਕਿ ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ, ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ, ਕਰ ਕਿਰਪਾ ਭਗਤਨ ਸੰਗ ਰਾਤੀ। ਕਿਰਪਾ ਕਰ ਮੇਰੇ ਉੱਤੇ ਕਿ ਮੈਂ ਤੈਨੂੰ ਭੁੱਲ ਨਾ ਜਾਵਾਂ, ਭੁਲਾ ਨਾ ਦੇਵਾਂ। ਭਗਤਨ ਸੰਗ ਰਾਤੇ, ਭਾਵ ਤੂੰ ਕੀ ਹੈ, ਭਗਤਾਂ ਨਾਲ ਰਤਿਆ ਹੋਇਆ, ਭਗਤ ਤੇਰੇ ਨਾਲ ਜੁੜੇ ਹੋਏ ਹੈ।
कि तू भगतां दे विच ही मैनूं नज़र आउणा है, क्योंकि जुड़िया होयां दे विच ही नज़र आउंदा है। इस करके पातशाह जी, हे भगतन संग राते, कि हे रते होए भगतां दे विच, भगतां नूं प्यार करन वाले, मैं तैनूं कदे भी ना भुलावां। दिनस रैन ज्यों तुद ध्याई, ए दान मोह करना जियो। ਇਹ ਦਾਨ, ਇਹਨੂੰ ਇਹੋ ਪੜ੍ਹਨਾ ਚਾਹੀਦਾ ਕਿ ਇਹ ਪੜ੍ਹਨਾ ਚਾਹੀਦਾ? ਹਾਂਜੀ, ਬਹੁਤ ਵਾਰ ਤੇ ਪਾਠ ਇਹਦਾ ਇਹ ਵੀ ਸੁਣਿਆ ਜਾਂਦਾ, ਇਹੋ ਕਰਕੇ ਵੀ, ਇਹੋ ਕਰਕੇ ਵੀ ਕੀਤਾ ਜਾਂਦਾ ਨਾ ਕਈ ਵਾਰ। ਇੱਥੇ ਇਹਨੂੰ ਇਹ ਕਿਉਂ ਪੜ੍ਹਨਾ ਚਾਹੀਦਾ, ਇਹੋ ਕਿਉਂ ਨਹੀਂ ਪੜ੍ਹਨਾ ਚਾਹੀਦਾ? ਇੱਕ ਵਚਨ ਪੁਲਿੰਗ ਹੈ, ਇੱਕ ਵਚਨ ਹੈ, ਇੱਥੇ ਇੱਕ ਦੀ ਗੱਲ ਹੋ ਰਹੀ ਹੈ। ਇਹੋ ਨਹੀਂ ਹੁੰਦਾ, ਇਹ ਹੁੰਦਾ। ਬਾਦਸ਼ਾਹ ਜੀ ਰਹਿਮਤ ਕਰਨ, ਦਿਨ ਸਰੈਣ ਜੋ ਤੁਧ ਧਿਆਈ, ਕਿ ਮੈਨੂੰ ਇਹ ਦਾਨ ਦੇ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਤੇਰੇ ਚਰਨਾਂ ਵਿੱਚ ਹੀ ਟਿਕਿਆ ਰਿਹਾ। ਦਿਨ ਸਰੈਣ ਜਿਉਂ, ਕਿ ਜਿਵੇਂ ਦਿਨ ਤੇ ਰਾਤ ਚੱਲਦੇ ਹੈ ਨਾ, ਉਸੇ ਤਰ੍ਹਾਂ ਮੈਂ ਵੀ ਦਿਨ ਰਾਤ ਤੇਰੇ ਚਰਨਾਂ ਨਾਲ ਤੁਧ ਧਿਆਈ, ਤੈਨੂੰ ਧਿਆਉਂਦਾ ਹਾਂ, ਧਿਆਉਂਦਾ ਰਹਾਂ। ਇਹ ਦਾਨ ਮੋਹ ਕਰਨਾ ਜਿਉ, ਇੱਥੇ ਮੋਹ ਤੋਂ ਭਾਵ ਮੈਨੂੰ ਇਹ ਦਾਨ ਦੇ ਕਿ ਦਿਨ ਰਾਤ ਮੈਂ ਤੇਰੀ ਯਾਦ ਵਿੱਚ, ਤੇਰੇ ਹੁਕਮ ਵਿੱਚ ਜੁੜਿਆ ਰਹਾਂ। ਮਾਟੀ ਅੰਧੀ ਸੁਰਤ ਸਮਾਈ, ਸਭ ਕਿਛ ਦਿਆ ਭਲਿਆ ਜਾਈ। ਪਾਤਸ਼ਾਹ ਜੀ ਆਖਣਗੇ ਮਾਟੀ ਅੰਧੀ, ਭਾਵ ਮਾਟੀ ਤੋਂ ਭਾਵ ਇਹ ਸਰੀਰ ਹੈ, ਮਿੱਟੀ ਦਾ ਬਣਿਆ ਹੋਇਆ ਹੈ। ਮਾਟੀ ਅੰਧੀ ਸੁਰਤ ਸਮਾਈ, ਕਿ ਹੇ ਪ੍ਰਭੂ ਸਾਡੇ ਇਸ ਜੜ ਸਰੀਰ ਵਿੱਚ ਤੂੰ ਚੇਤਨਤਾ ਪਾ ਦਿੱਤੀ ਹੈ, ਸੁਰਤ ਜਿਹੜੀ ਹੈ ਪਾ ਦਿੱਤੀ ਹੈ ਗਿਆਨ ਦੀ, ਕਿ ਤੇਰੀ ਜੋਤ ਦੇ ਅੰਦਰ ਹੈ ਸੀ ਪਰ ਸਾਨੂੰ ਸਮਝ ਨਹੀਂ ਸੀ। ਪਰ ਕੀ ਹੈ ਕਿ ਹੁਣ ਤੂੰ ਚੇਤਨਤਾ ਪਾ ਦਿੱਤੀ ਹੈ ਅੰਦਰ, ਜਿਹੜੀ ਹੈ ਇਸ ਮਿੱਟੀ ਰੂਪ ਸਰੀਰ ਦੇ ਵਿੱਚ ਕੀ ਹੈ, ਆਪਣੀ ਜੋਤ ਟਿਕਾ ਦਿੱਤੀ ਹੈ। ਤਾਂ ਹੀ ਤੇ ਆਪਾਂ ਤੁਰੇ ਫਿਰਦੇ ਹਾਂ ਨਾ ਸਾਰੇ ਜੀਵ, ਤੇ ਜਿੱਦਣ ਉਹਦੀ ਚੇਤਨਤਾ ਅੰਦਰੋਂ ਨਿਕਲ ਜਾਂਦੀ ਹੈ, ਉਦੋਂ ਫਿਰ ਅਸੀਂ ਝੱਟ ਕਹਿੰਦੇ ਕਿ ਚਲੋ ਜੀ ਹੁਣ ਲੈ ਕੇ ਚੱਲੀਏ ਅੱਗੇ ਦਵਾ ਦਵ, ਹੁਣ ਕੋਈ ਨਹੀਂ ਫਾਇਦਾ। ਇਸੇ ਤਰ੍ਹਾਂ ਪਾਤਸ਼ਾਹ ਕਿ ਮਾਟੀ ਅੰਧੀ ਸੁਰਤ ਸਮਾਈ, ਸਭ ਕਿਛ ਦਿਆ ਭਲਿਆ ਜਾਈ। ਭਲਿਆ ਤੋਂ ਭਾਵ ਚੰਗੀ, ਜਾਈ ਤੋਂ ਭਾਵ ਥਾਵਾਂ, ਕਿ ਤੂੰ ਸਾਨੂੰ ਜੀਵਾਂ ਨੂੰ ਸਭ ਕੁਝ ਦਿੱਤਾ ਹੈ, ਚੰਗੀਆਂ ਥਾਵਾਂ ਦਿੱਤੀਆਂ। ਸਭ ਕਿਛ ਦਿਆ, ਸਾਰਾ ਕੁਝ ਹੀ ਦਿੱਤਾ ਹੋਇਆ ਹੈ ਮਾਲਕ ਜੀ। ਤੂੰ ਚੇਤਨਤਾ ਵੀ ਪਾ ਦਿੱਤੀ ਇਸ ਮਿੱਟੀ ਵਰਗੇ ਸਰੀਰ ਵਿੱਚ, ਅਤੇ ਤੂੰ ਸਾਨੂੰ ਹੋਰ ਵੀ ਸਭ ਕੁਝ ਦਿੱਤਾ ਹੋਇਆ ਹੈ ਵਰਤਣ ਆਦਿ ਦੇ ਲਈ। ਆਕਸੀਜਨ, ਪਾਣੀ, ਭੋਜਨ, ਪਦਾਰਥ, ਧਰਤੀ, ਇਹ ਬ੍ਰਹਿਮੰਡ ਸਭ ਕੁਝ ਦਿੱਤਾ ਹੋਇਆ ਹੈ। ਅਤੇ ਕੀ ਹੈ, ਭਲਿਆ ਜਾਈ, ਭਾਵ ਚੰਗੀਆਂ ਥਾਵਾਂ। ਜਾਈ ਤੋਂ ਭਾਵ ਥਾਵਾਂ, ਕਿ ਤੂੰ ਚੰਗੀਆਂ ਥਾਵਾਂ ਵੀ ਸਾਨੂੰ ਜਿਹੜੀਆਂ ਉਹ ਦਿੱਤੀਆਂ ਹੋਈਆਂ ਹਨ। ਆਨੰਦ ਬਿਨੋਦ ਚੋਜ ਤਮਾਸ਼ੇ, ਤੁਧ ਭਾਵੈ ਸੋ ਹੋਣਾ ਜਿਉ। ਕਿਹੇ ਪ੍ਰਭੂ ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ ਖੁਸ਼ੀਆਂ, ਖੇਡ ਤਮਾਸ਼ੇ ਕਰ ਰਹੇ ਨੇ। ਆਨੰਦ ਤੋਂ ਭਾਵ ਆਨੰਦ ਕਰ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਬਨੋਦ, ਚੋਜ, ਤਮਾਸ਼ੇ, ਖੇਡ ਤਮਾਸ਼ੇ ਕਰ ਰਹੇ ਹਨ। ਕਿ ਤੁਧ ਭਾਵੈ ਸੋ ਹੋਣਾ ਜੀਉ, ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜਾ ਅਨੁਸਾਰ ਹੋ ਰਿਹਾ ਹੈ। ਕਿ ਜੋ ਤੈਨੂੰ ਭਾ ਰਿਹਾ ਹੈ, ਜੋ ਤੁਧ ਭਾਵੈ ਸੋ ਹੋਣਾ ਜੀ, ਉਹ ਕੁਝ ਹੀ ਹੋ ਰਿਹਾ ਹੈ। ਜਿਸ ਦਾ ਦਿੱਤਾ ਸਭ ਕਿਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ।
ਜਿਸ ਦਾ ਦਿੱਤਾ ਸਭ ਕਿਛ ਲੈਣਾ, ਕਿ हे ਪ੍ਰਭੂ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ, ਮਿਲਿਆ ਹੋਇਆ ਹੈ ਸਾਰਾ ਕੁਝ ਹੀ, ਜਿਸ ਦਾ ਦਿੱਤਾ ਸਭ ਕੁਝ ਲੈਣਾ ਕੀ ਪ੍ਰਾਪਤ ਹੋ ਰਿਹਾ ਹੈ। 36 ਅੰਮ੍ਰਿਤ ਭੋਜਨ ਖਾਣਾ। 36 ਅੰਮ੍ਰਿਤ ਭੋਜਨ ਤੋਂ ਭਾਵ 36 ਭੋਜਨ, 36 ਪ੍ਰਕਾਰ ਦੇ ਭੋਜਨਾਂ ਤੋਂ ਕੀ ਅਰਥ ਹੁੰਦਾ? ਹਾਂਜੀ, 36 ਅੱਜ ਤੇ ਕਹਿ ਦਈਏ ਕਿ ਅੱਜ ਤੇ ਛੋਟਾ ਜਿਹਾ ਪ੍ਰੋਗਰਾਮ ਹੋਵੇ, 36 ਨਾਲੋਂ ਜ਼ਿਆਦਾ ਚੀਜ਼ਾਂ ਤਾਂ ਉਹਦੇ ਵਿੱਚ ਰੱਖੀਆਂ ਪਈਆਂ ਹੁੰਦੀਆਂ। ਇਹਦਾ ਮਤਲਬ ਗੁਰਬਾਣੀ ਗਲਤ ਕਹਿੰਦੀ ਹੈ ਕਿ 36 ਪ੍ਰਕਾਰ ਦੇ ਭੋਜਨ ਹੈ। ਕਹਿਣ ਤੋਂ ਭਾਵ ਬਹੁਤ ਵਧੀਆ ਕਿਸਮ ਦੇ ਭੋਜਨ, ਬਹੁਤ 36 ਭਾਵ ਕਿ ਬਹੁਤ ਚੰਗੀ ਕਿਸਮ ਦਾ ਭੋਜਨ। ਗਿਣਤੀ ਨਹੀਂ 36 ਪ੍ਰਕਾਰ ਦੇ ਬੈਨ ਕਿ ਕਈ ਵਾਰ ਸ਼ਬਦ ਵਰਤ ਲੈਂਦੇ ਆ ਨਾ ਆਪਾਂ ਕੋਈ ਵੀ ਬਹੁਵਚਨ ਵਾਸਤੇ, ਪਰ ਉਹਦਾ ਭਾਵ ਕੀ ਹੁੰਦਾ ਕਿ ਬਹੁਤ ਵਧੀਆ, ਬੜਾ ਚੰਗਾ। ਇਸੇ ਕਰਕੇ ਪਾਦੇ 36 ਅੰਮ੍ਰਿਤ ਭੋਜਨ ਖਾਣਾ, ਕਿ 36 ਅੰਮ੍ਰਿਤ ਭੋਜਨ ਕਈ ਕਿਸਮਾਂ ਦਾ ਵਧੀਆ ਖਾਣਾ, ਜਿਹੜਾ ਕਿਸਮਾਂ ਕਈ ਨੇ ਪਰ ਵਧੀਆ ਭੋਜਨ, ਕਿ ਜਿਸ ਦੀ ਮੇਰ ਨਾਲ ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ। ਆਮ ਤੌਰ 'ਤੇ ਆਪਾਂ ਸ਼ਬਦ ਵਰਤਦੇ ਨਾ ਕਈ ਵਾਰ, ਬਹੁਤਾ ਕੋਈ ਤੰਗ ਕਰੇ ਆਪਾਂ ਕਹਿ ਦਿੰਦੇ ਕਿ ਜਾ ਭਾਈ ਤੇਰੇ ਅੱਗੇ 20 ਵੇਖੇ, ਆਖ ਦਿੰਦੇ ਨਾ। ਹੁਣ ਗਿਣਤੀ ਥੋੜ੍ਹਾ ਕੀਤੀ ਹੁੰਦੀ ਆਪਾਂ ਆਪਣੇ ਜੀਵਨ 'ਚ ਕਿ 20 ਵੇਖੇ ਆ, ਤੂੰ 21ਵਾਂ ਭਾਈ, ਇਸ ਤਰ੍ਹਾਂ ਨਾ। ਕਹਿਣ ਤੋਂ ਭਾਵ ਹੈ ਕਿ ਇੱਕ ਸ਼ਬਦ ਕਾਮਨ ਜਿਹਾ ਰੱਖਿਆ ਹੋਇਆ ਕਿ ਬੜੇ ਤੇਰੇ ਵਰਗੇ ਮਿਲੇ ਆ ਭਾਈ, ਤੂੰ ਨਾ ਸਾਨੂੰ ਬੁੱਧੂ ਬਣਾ। ਕਈ ਵਾਰ ਬਹੁਤ ਜਿਹੜੇ ਹੁੰਦੇ ਆ ਨਾ, ਖਾਸ ਤੌਰ 'ਤੇ ਕਈ ਵਾਰੀ ਕਹਿ ਦਿੰਦੇ ਕਿ ਬੀਬੀਆਂ ਦੁਕਾਨ 'ਤੇ ਸੂਟ ਲੈਣ ਜਾਂਦੀਆਂ, ਉੱਥੇ ਸ਼ਬਦ ਬੜਾ ਛੇਤੀ ਵਰਤਿਆ ਜਾਂਦਾ। ਉਹ ਜਦੋਂ ਅਗਲਾ ਕਹਿੰਦਾ ਕਿ ਨਹੀਂ ਜੀ ਸੂਟ ਇਸ ਤਰ੍ਹਾਂ ਹੈ, ਸੂਟ ਇਸ ਤਰ੍ਹਾਂ, ਆ ਇੱਦਾਂ ਹੈ, ਉਹ ਕਹਿੰਦੇ ਭਾਈ ਸਾਨੂੰ, ਅਸੀਂ ਪਹਿਲਾਂ ਵੀ ਲੈ ਕੇ ਗਈਆਂ ਸਾਂ, ਜਾਂ ਇਹ ਠੀਕ ਨਹੀਂ ਨਿਕਲਿਆ, ਤੇਰੇ ਵਰਗੇ 20 ਵੇਖੇ, ਬੜੇ ਵੇਖੇ। ਹੁਣ ਇਹ ਥੋੜ੍ਹਾ ਕਿ ਗਿਣਤੀ ਦੇ 20 ਵੇਖੇ, ਇੱਥੇ ਤਰ੍ਹਾਂ 36 ਗਿਣਤੀ ਨਹੀਂ ਹੈ, ਇਹਦਾ ਭਾਵ ਹੈ ਬਹੁਤ ਸਾਰੀਆਂ ਕਿਸਮਾਂ ਦਾ ਚੰਗਾ ਭੋਜਨ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ, ਜਾਂ ਆਪਾਂ ਕਹਿ ਦਈਏ ਕਿ ਕਿਤੋਂ ਜਾਣਾ ਬਸ 5-7 ਮਿੰਟ ਦੇ ਵਿੱਚ ਆ ਗਿਆ, ਮੈਂ 5 ਮਿੰਟ 'ਚ ਗਿਆ ਤੇ ਆਇਆ, ਉਹ 5 ਮਿੰਟ ਗਿਣਤੀ ਥੋੜ੍ਹਾ ਹੁੰਦੀ ਹੈ। ਕਹਿਣ ਤੋਂ ਪਾਓ ਕਿ ਥੋੜ੍ਹੇ ਜਿਹੇ ਸਮੇਂ 'ਚ ਜਾ ਕੇ ਵਾਪਸ ਆ ਜਾਣਾ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਇੱਥੇ ਰਹਿਮਤ ਕੀਤੀ ਹੈ 36 ਅੰਮ੍ਰਿਤ ਭੋਜਨ ਖਾਣਾ, ਕਿ 36 ਕਿਸਮਾਂ ਦਾ ਭਾਵ ਕਿ ਬਹੁਤ ਸਾਰੀਆਂ ਕਿਸਮਾਂ, 36 ਕਿਸਮਾਂ ਤੋਂ ਭਾਵ ਬਹੁਤ ਜ਼ਿਆਦਾ ਕਿਸਮਾਂ ਦਾ ਭੋਜਨ ਜਿਹੜਾ ਹੈ ਉਹ ਅਸੀਂ ਖਾ ਰਹੇ ਹਾਂ। ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਣਾ ਜੀਓ। ਹੁਣ ਪਾਤਸ਼ਾਹ ਜੀ ਵੇਖੋ ਕਿੰਨੀ ਰਹਿਮਤ ਕਰ ਰਹੇ। ਪਹਿਲੀ ਪੰਕਤੀ ਕੀ ਸੀ? ਵਿਸਰ ਨਾਹੀ ਏਵੜ ਦਾਤੇ, ਰਹਿਮਤ ਕੀਤੀ ਹੈ ਨਾ ਪਾਤਸ਼ਾਹ ਜੀ ਨੇ। ਹੁਣ ਇਹਦੇ ਵਿੱਚ ਸਾਰੀਆਂ ਮੰਗਾਂ ਨੇ, ਜਾਂ ਜੋ ਮਾਲਕ ਨੇ ਸਾਨੂੰ ਦਿੱਤਾ ਹੋਇਆ ਕਿ ਮਾਲਕਾ ਤੂੰ ਇੰਨਾ ਵੱਡਾ ਸਾਨੂੰ ਇੰਨਾ ਕੁਛ ਦਿੱਤਾ ਹੋਇਆ ਹੈ। ਵੇਖੋ ਫਿਰ ਸੇਜ ਸੁਖਾਲੀ, ਭਾਵ ਸੁਖਾਲੀ ਤੋਂ ਭਾਵ ਸੁਖਦਾਈ, ਸੁਖ ਵਾਲੀ, ਕਿ ਆਰਾਮ ਕਰਨ ਲਈ ਸੁਖਦਾਈ ਮੰਜੇ ਬਿਸਤਰੇ ਸਾਨੂੰ ਮਿਲੇ ਹੋਏ, ਮਿਲਿਆ ਹੋਇਆ ਨਾ ਸਭ ਕੁਝ। ਸੇਜ ਮਿਲੀ ਹੋਈ ਹੈ, ਆਰਾਮ ਕਰਨ ਦੇ ਲਈ ਜਿਹੜਾ ਹੈ ਸਭ ਕੁਝ ਮਿਲਿਆ ਹੋਇਆ ਹੈ। ਸੀਤਲ ਪਵਨਾ, ਸੀਤਲ ਤੋਂ ਭਾਵ ਠੰਡੀ, ਕਿ ਠੰਡੀ ਹਵਾ ਅਸੀਂ ਮਾਣ ਰਹੇ ਹਾਂ, ਉਹ ਵੀ ਮਾਲਕ ਨੇ ਦਿੱਤੀ ਹੋਈ ਹੈ ਨਾ, ਕੋਈ ਮਨੁੱਖ ਤਾਂ ਨਹੀਂ ਸਾਨੂੰ ਦੇ ਰਿਹਾ ਕਿ ਫਲਾਣਾ ਦੇਸ਼ ਜਾਂ ਫਲਾਣਾ ਬੰਦਾ ਦੇ ਰਿਹਾ। ਅਤੇ ਸਹਿਜ ਕੇਲ ਰੰਗ ਕਰਨਾ ਜੀ, ਸਹਿਜ ਕੇਲ ਤੋਂ ਭਾਵ, ਕੇਲ ਤੋਂ ਭਾਵ ਕੇਲ ਕਰਿੰਦੇ, ਕੀ ਅਰਥ ਹੈ? ਖੇਡ। ਭਾਵ ਇੱਥੇ ਵੀ ਸਹਿਜ ਕੇਲ ਤੋਂ ਭਾਵ ਬੇਫਿਕਰੀ ਨਾਲ ਅਸੀਂ ਆਪਣੀਆਂ ਖੇਡਾਂ ਖੇਡ ਰਹੇ ਹਾਂ। ਸਹਿਜ ਤੋਂ ਭਾਵ ਕੋਈ ਵੀ ਕੰਮ ਕਰਨਾ ਕੋਈ ਗੱਲ ਨਹੀਂ, ਆਰਾਮ ਨਾਲ ਕਰਦੇ ਹਾਂ। ਕਹਿਣ ਤੋਂ ਭਾਵ ਬੇਫਿਕਰ ਹੋ ਕੇ ਕਰਦੇ ਹਾਂ, ਵਾਧੂ ਟਾਈਮ ਇਹਨੂੰ ਕਰਨ ਵਾਸਤੇ। ਇਸੇ ਤਰ੍ਹਾਂ ਹੀ ਕਿ ਬੇਫਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ, ਪਰ ਆਖਰੇ ਨੇ ਪਾਤਸ਼ਾਹ ਜੀ ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ ਜਿਹਨੇ ਇਹ ਸਭ ਕੁਝ ਦਿੱਤਾ ਹੋਇਆ ਹੈ। ਆਖ ਦਿੰਦੇ ਰੱਬ ਨੂੰ ਮਿਹਣਾ ਜ਼ਰੂਰ ਮਾਰ ਦਿੰਦੇ ਕਿ ਰੱਬਾ ਸਾਨੂੰ ਕੀ ਦਿੱਤਾ ਹੈ। ਇਹ ਦੱਸ ਰਹੇ ਨਾ ਪਾਤਸ਼ਾਹ ਜੀ ਨੂੰ ਕੀ ਕੀ ਦਿੱਤਾ ਹੈ, ਕਿ ਇਹਦੇ ਨਾਲੋਂ ਵੱਧ ਹੋਰ ਕੋਈ ਚੀਜ਼ ਜ਼ਰੂਰੀ ਹੈ? ਜਾਂ ਇੰਜ ਕਹਿ ਲਈਏ, ਕਦੇ ਆਪਣੀ ਲੱਤ ਬਾਂਹ ਅੱਖ ਬਾਰੇ ਉਸ ਮਨੁੱਖ ਨੂੰ ਪੁੱਛੋ ਜਿਹਦੀ ਨਹੀਂ ਹੁੰਦੀ, ਕਿੰਨੀ ਕੀਮਤ ਹੁੰਦੀ ਹੈ।
ਉਸ ਮਨੁੱਖ ਨੂੰ ਪੁੱਛੋ ਇਹਨਾਂ ਲੱਤਾਂ ਦੀ ਕੀ ਕੀਮਤ ਹੈ ਜਿਹਦੇ ਕੋਲੋਂ ਤੁਰਿਆ ਨਹੀਂ ਜਾਂਦਾ। ਦੇਖਦੇ ਹਾਂ ਨਾ ਅਸੀਂ ਕਿ ਕਿੱਦਾਂ ਦਾ, ਅਸੀਂ ਦੇਖ ਤਾਂ ਲੈਂਦੇ ਹਾਂ ਕਿ ਵੀਲ ਚੇਅਰ 'ਤੇ ਲਿਜਾਇਆ ਜਾ ਰਿਹਾ ਜਾਂ ਕਿਸੇ ਹੋਰ ਤਰੀਕੇ ਨਾਲ ਤੁਰ ਰਿਹਾ, ਪਰ ਇੱਕ ਵਾਰੀ ਦੇਖੋ ਸਹੀ ਸੋਚ ਕੇ ਕਿ ਮਾਲਕਾ ਸ਼ੁਕਰ ਹੈ ਤੂੰ ਮੈਨੂੰ ਦੋਵੇਂ ਸਾਬਤ ਸੂਰਤ ਦਿੱਤੀਆਂ, ਬੜੀ ਰਹਿਮਤ ਆ ਤੇਰੀ ਕਿ ਮੈਂ ਤੁਰਿਆ ਫਿਰਦਾ। ਜੇ ਮੈਂ ਇਹੋ ਜਿਹਾ ਹੋ ਜਾਂਦਾ ਤਾਂ ਮੇਰਾ ਤਾਂ ਬੁਰਾ ਹਾਲ ਹੋਣਾ ਸੀ। ਅਸੀਂ ਸਾਰੀ ਦੁਨੀਆ ਦੇਖਦੇ ਹਾਂ, ਰੰਗ ਤਮਾਸ਼ੇ ਦੇਖਦੇ ਹਾਂ, ਪਰ ਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ, ਕੀ ਕੀਮਤ ਹੈ। ਫਿਰ ਪਤਾ ਲੱਗਦਾ ਕਿ ਮਾਲਕ ਨੇ ਸਾਨੂੰ ਦਾਤਾਂ ਬਹੁਤ ਦਿੱਤੀਆਂ, ਪਰ ਅਸੀਂ ਸੰਤੁਸ਼ਟ ਹੀ ਨਹੀਂ ਹੈਗੇ। ਇਹ ਵੀ ਲੈ ਕੇ ਆਖੇ ਮਾਲਕਾ ਹੋਰ ਦੇ ਦੇ, ਹੋਰ ਦੇ ਦੇ। ਬਸ ਅਸੀਂ ਭੁੱਲਦੇ ਹਾਂ, ਕੀ ਕਰਦੇ ਹਾਂ, ਦੇਣ ਵਾਲੇ ਨਾਲੋਂ ਦਿੱਤੀਆਂ ਚੀਜ਼ਾਂ ਦੇ ਨਾਲ ਜੁੜ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਕਿ ਜਿਹਨੇ ਦਿੱਤੀ ਹੈ ਦਾਤ ਉਹਨੂੰ ਅਸੀਂ ਭੁੱਲ ਜਾਂਦੇ ਹਾਂ, ਅਤੇ ਜੋ ਸਾਨੂੰ ਮਿਲ ਜਾਂਦਾ ਹੈ ਅਸੀਂ ਉਹਦੇ ਨਾਲ ਹੀ ਜੁੜ ਜਾਂਦੇ ਕਿ ਬਸ ਇਹੋ ਹੀ ਹੈ, ਬਸ ਬਾਕੀ ਹੋਰ ਕੁਝ ਨਹੀਂ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਹਾਂਜੀ, ਕੀ ਅਰਥ ਹੋਣਗੇ? ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ। ਸਰਦਾਰ ਜਸਪਾਲ ਸਿੰਘ ਜੀ ਹੋਣਾ ਵਾਲੀ ਲਾਈਨ ਦੇ ਵਿੱਚੋਂ ਸਾਰੀ ਲਾਈਨ। ਮੈਂ ਤੈਨੂੰ ਭੁਲਾਵਾਂ ਨਾ, ਮੈਂ ਤੈਨੂੰ ਕਦੇ ਨਾ ਭੁਲਾਵਾਂ, ਮੈਨੂੰ ਇਹੋ ਜਿਹੀ ਮਤ ਦੇ। ਹਾਂਜੀ, ਬਾਕੀ ਪਿਛਲੀ ਲਾਈਨ ਵਾਲੇ ਠੀਕ ਸਹਿਮਤ ਹਾਂ ਜੀ ਇਸ ਅਰਥ ਦੇ ਨਾਲ? ਠੀਕ ਹੈ ਜੀ। ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਕਿ ਇਹੋ ਜਿਹੀ ਬੁੱਧੀ, ਇਹੋ ਜਿਹੀ ਅਕਲ ਦੇ, ਜਿਤ ਵਿਸਰੈ ਨਾਹੀ, ਕਿ ਮੈਂ ਤੈਨੂੰ ਕਦੇ ਵੀ ਨਾ ਭੁਲਾਵਾਂ। ਇਹੋ ਜਿਹੀ ਬੁੱਧੀ ਦੇ, ਇਹੋ ਜਿਹੀ ਅਕਲ ਦੇ। ਸਾ ਮਤ ਦੀਜੈ ਜਿਤ ਤੁਧ ਧਿਆਈ। ਹਾਂਜੀ, ਪਹਿਲੀ ਲਾਈਨ। ਤੁਧ ਧਿਆਈ ਹੈ ਸ਼ਬਦ, ਕਿ ਮੈਂ ਤੈਨੂੰ ਧਿਆਉਂਦਾ ਰਹਾਂ, ਸਿਮਰਦਾ ਰਹਾਂ। ਮੈਨੂੰ ਉਹੀ ਮਤ ਦੇ, ਸਾ ਮਤ ਦੀਜੇ, ਭਾਵ ਮੈਨੂੰ ਉਹ ਮਤ ਦੇ ਜਿਤ ਤੁਧ ਧਿਆਈ, ਜਿਸ ਨਾਲ ਮੈਂ ਤੈਨੂੰ ਧਿਆਉਂਦਾ ਰਹਾਂ, ਕਿ ਮੈਂ ਤੈਨੂੰ ਸਿਮਰਦਾ ਰਹਾਂ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਨਾਨਕ ਆਖਦਾ ਹੈ ਕਿ ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇ। ਓਟ ਨਾਨਕ ਗੁਰ ਚਰਨਾਂ ਜੀਓ, ਗੁਰੂ ਦੇ ਚਰਨਾਂ ਦਾ ਆਸਰਾ ਮੈਨੂੰ ਦੇ। ਗੁਰੂ ਦੇ ਚਰਨਾਂ ਦਾ ਭਾਵ ਗੁਰੂ ਦੇ ਸ਼ਬਦ ਦਾ। ਸਾਸ ਸਾਸ ਤੇਰੇ ਗੁਣ ਗਾਵਾਂ, ਤਾਂ ਕਿ ਮੈਂ ਹਰੇਕ ਹਰ ਸਾਹ ਦੇ ਨਾਲ ਤੇਰੇ ਗੁਣ ਗਾਉਂਦਾ ਰਹਾਂ, ਤੈਨੂੰ ਧਿਆਉਂਦਾ ਰਹਾਂ। ਮਾਝ ਮਹਿਲਾ ਪੰਜਵਾਂ। ਸਿਫਤ ਸਾਲਾਹਨ ਤੇਰਾ ਹੁਕਮ ਰਜ਼ਾਈ, ਸੋ ਗਿਆਨ ਧਿਆਨ ਜੋ ਤੁਧ ਭਾਈ। ਕੀ ਅਰਥ ਹੈ ਜੀ ਜੋ ਤੁਧ ਭਾਈ ਦਾ ਅਰਥ? ਹਾਂਜੀ, ਕੌਣ ਕੌਣ ਕਹਿੰਦਾ ਕਿ ਇਹਦਾ ਅਰਥ ਭਰਾ ਵੀ ਹੈ? ਇੱਥੇ ਇਹਦਾ ਅਰਥ ਭਰਾ ਨਹੀਂ ਹੈ। ਠੀਕ ਹੈ, ਉਹ ਸਾਰੇ ਕਾਮਨ ਆਪਾਂ ਅਰਥ ਕਰਦੇ ਹਾਂ, ਪਰ ਕੀ ਹੈ? ਜੋ ਤੁਧ ਭਾਈ, ਜੋ ਤੈਨੂੰ ਭਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਜੋ ਤੇਰੀ ਰਜ਼ਾ ਹੈ। ਪਰ ਭਾਈ ਦਾ ਅਰਥ ਵੀ ਗੁਰਬਾਣੀ ਦੇ ਵਿੱਚ ਕਈ ਥਾਵਾਂ 'ਤੇ ਵੀਰ ਭਰਾ ਦੇ ਲਈ ਜਿਹੜਾ ਸੋ ਭਾਈ ਸੋ ਮੇਰਾ ਵੀਰ ਸ਼ਬਦ ਵੀ ਅਸੀਂ ਪੜ੍ਹਦੇ ਹਾਂ।
पर इत्थे की है सो ज्ञान ध्यान जो तुद भाई जो तैनू पाउंदा है। इस करके कि प्रकरण के हिसाब के नाल शब्द के अर्थ बदल जाते हैं। ये असीं ख्याल रखना है। ये नहीं कि इत्थे भी असीं अज्ञानता वस जिहड़ा है ये अर्थ भाई तो वीर जां भराई कर लेने, ये भाई तो भाव पाउंदा है। पातशाह जी आखन लगे सिफत सलाहन तेरा हुक्म रजाई, भाव हे रजा दे मालक प्रभु तेरा हुक्म सिर मथे उत्ते मनना तेरी सिफत सलाह ही है। सिफत सलाहन तेरा हुक्म रजाई की ही रजा दे मालक परमेश्वर जी सिफत सलाहन तेरा हुक्म मनना ही तेरी सिफत सलाह है। हुण सतगुरु जी ने रहमत कर दी है ना कि सिफत सलाह करनी भाव उहदे हुक्म नूं जीवन विच वसाउणा ही सब तो वड्डी उहदी सिफत सलाह है। ये नहीं कि इत्थों पढ़ लिया मन लिया सुन लिया कि चंगे काम करने हैं मंदे छड्डने हैं तो इत्थों हजूरी चों बाहर हो के फिर उही काम फड़ लिया, वो सिफत सलाह नहीं है। फिर तो वो है आखां जीवां विसरै। तो इत्थे अंदर तो जरूर जागदा सी जिउंदा सी, पर ज्यों ही बाहर हो के गुरु का उपदेश भुलिया मेरी आत्मक मौत हो गई। सो ज्ञान ध्यान जो तुद भाई जो तैनू चंगा लगता है उसनू भलाई जानना, यही असल ज्ञान है, यही असल ध्यान है। ध्यान तो भाव समाधि, समाधि भी लाई जाती है ना, भाव ओहो ही मेरे वास्ते समाधि है, ओहो ही असल समाधि है, असल ध्यान है, असल ज्ञान है कि जो तैनू चंगा लगता है उसनू ही भला करके जानना। भाव उहदी रजा दे विच ही रहना हमेशा कि मालिक जी जो तैनू चंगा लगता है उही तू कर रहा है। हुक्म रजाई चलना नानक लिखिया नाल, कि सारे जीवां दे नाल लिखिया होया है हुक्म दे विच रजा दे विच चलना। ते जिहड़े फिर इहदे अनुसार ही हो जाते हैं फिर उन्हां नूं इस असल ज्ञान ते ध्यान दी सोझी आ जाती है। सोई जप जो प्रभ जियो भावै भाणे पूर ज्ञाना जियो। सोई तो भाव ओही जप जो प्रभ जियो भावै, कि जो कुछ प्रभु जी नूं भाउंदा है उसनूं प्रवान करना ही असल जप है। ओही असल जिहड़ा है जप है। भाणे भावै भाणे पूर ज्ञाना जियो, भाणे तो भाव भाणा रजा, रजा विच राजी रहना भाणा। दो दलावां ने विच दे अर्थ होणगे इहदे नाल भी कि भाणे विच राजी रहना। पूर तो भाव ठीक पूर्ण, कि परमात्मा दे भाणे विच तुरना ही पूर्ण ज्ञान है। ब्रह्म ज्ञानी असीं शब्द वरतਦੇ ਹਾਂ ਭਾਵੇਂ ਅੱਜ समाज ਦੇ ਵਿੱਚ ਵੱਖਰੇ ਵੱਖਰੇ ਮਨੁੱਖਾਂ ਦੇ ਲਈ ਜਾਂ ਸਰੀਰਾਂ ਦੇ ਲਈ ਸ਼ਬਦ ਵਰਤਿਆ ਜਾਂਦਾ ਹੈ, पर असल दे विच ब्रह्म ज्ञानी जिहड़ा ब्रह्म दा ज्ञान जीवन विच वसा लैंदा है, जान लैंदा ब्रह्म नूं। ब्रह्म ज्ञानी ब्रह्म दा ज्ञान हासिल करन वाला ते ज्ञान हासिल करके जीवन विच धारण कर लेना, वही है उस ब्रह्म दा ज्ञानी, वही है। इत्थे ते तुरे जांदे बंदे दे नाम नाल लग जांदा कि ब्रह्म ज्ञानी है, पता नहीं किहड़ी डिग्री कित्थों लिया के लाई हुई है। अपने तरीके दे नाल ही जमदे जवाक संत बन जाते इत्थे कि बस जी हुण इत्थे है। कोई किसी नूं देवता बना दिंदा है, कोई पशु लई फिरदा है कि इहदियां 4-5 लत्तां जी ये प्रगट हुई है स्पैशल। सब ने की है अपनी अपनी दुकानां बनाईयां होईयां। की है ये अज्ञानता है। ये असल दे विच संसारी लोगों ने अपने अखां दे उत्ते अन्नी शरदा की पट्टी बन्नी हुई है। वो बड़ा सोहना एक तस्वीर भी काफ़ी समा पहला जिहड़ा 1-2 साल पहला वेखण नूं मिली कि वो एक जा रहा कोई वीर लैके अपने एक पशु नूं
ਗਲੀ ਗਲੀ ਦੇ ਵਿੱਚ ਲਿਜਾ ਰਿਹਾ ਹੈ। ਉਹਦਾ ਕੋਈ ਇੱਕ ਵਿਸ਼ੇਸ਼ ਅੰਗ ਹੈ ਨਾਲ, ਕਿ ਉਹਦੇ ਇੱਕ ਸਰੀਰ ਦੇ ਇੱਕ ਪਾਸੇ ਇੱਕ ਹੋਰ ਲੱਤ ਨਿਕਲੀ ਹੋਈ ਸੀ। ਉਹ ਇਸ ਕਰਕੇ ਕੀ ਕਰਦਾ, ਹੈ ਲੱਤ ਜਾਂ ਨਹੀਂ ਹੈ ਸੀ, ਫਿਰ ਕੀ ਕਰਦਾ ਸੀ, ਉਹ ਜਾ ਰਹੇ ਸੀ ਕਿ ਦੇਵੀ ਮਾਂ ਹੈ ਅਤੇ ਤੁਸੀਂ ਦਾਨ ਕਰੋ ਜਿਹੜਾ ਕਰਨਾ ਹੈ। ਹੁਣ ਕਈਆਂ ਕੋਲ ਪੈਸੇ ਖੁੱਲ੍ਹੇ ਨਹੀਂ ਹੁੰਦੇ, ਉਹਨੇ ਕੀ ਕੀਤਾ ਸੀ, ਇੱਕ ਪੇਟੀਐਮ ਦਾ ਕਢਾ ਕੇ ਨਾ ਸਕੈਨ ਕੋਡ ਉਹਦੇ ਦੋਵੇਂ ਸਿੰਘਾਂ ਦੇ ਵਿਚਾਲੇ ਲਾਇਆ ਹੋਇਆ ਸੀਗਾ, ਕਿ ਨਾਲੇ ਤਾਂ ਮੱਥਾ ਟੇਕ ਲਓ, ਨਾਲੇ ਔਨਲਾਈਨ ਸਕੈਨ ਕਰਕੇ ਤੁਸੀਂ ਜਿਹੜੀ ਹੈ ਉਹ ਭੇਟਾ ਕਰ ਦਿਓ। ਮੱਥੇ ਦੇ ਵਿੱਚ ਐਂ ਕਰਕੇ ਨਾ ਲਮਕਾਇਆ ਹੋਇਆ ਸੀਗਾ, ਇੱਦਾਂ ਕਰਕੇ ਗਾਂ ਦੇ ਉਸ ਨੂੰ ਜਿਹੜਾ ਵੀ ਇਹ ਗਊ ਮਾਤਾ ਹੈ ਅਤੇ ਇਹਦੇ ਲਈ ਜਿਹੜਾ ਤੁਸੀਂ ਦਾਨ ਕਰਨਾ ਕਰੋ, ਤੁਹਾਨੂੰ ਜਿਹੜਾ ਹੈ ਉਹ ਗਾਂ ਵੀ ਪ੍ਰਾਪਤ ਹੋਏਗਾ। ਕਿ ਇਕੱਲੀ ਗਾਂ ਉਹੀ ਹੈ ਦਾਨ ਲੈਣ ਵਾਸਤੇ, ਹੋਰ ਕੋਈ ਗਾਂ ਗੂ ਨਹੀਂ ਹੈ। ਕੀ ਹੈ ਕਿ ਇੱਕ ਗਾਂ ਚੰਗੀ ਹੋ ਗਈ, ਬਾਕੀਆਂ ਨੂੰ ਅਸੀਂ ਡੰਡੇ ਮਾਰ ਕੇ ਜਾਂ ਘਰੋਂ ਭਜਾਈਏ ਕਿ ਜਾਓ ਤੁਸੀਂ, ਇੱਕੋ ਹੀ ਗਾਂ ਹੈ ਬਸ। ਕੀ ਹੈ, ਇਹ ਸਾਡੀਆਂ ਅੱਖਾਂ 'ਤੇ ਬੰਨੀ ਹੋਈ ਪੱਟੀ ਹੈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਅਤੇ ਬੰਦਾ ਤਾਂ ਉਹ ਵੀ ਬੜਾ ਚਲਾਕ ਸੀਗਾ ਕਿ ਜਿਹੜਾ ਵੀ ਆਵੇ ਇਹ ਨਾ ਆਖਦੇ ਕਿ ਮੇਰੇ ਖੁੱਲ੍ਹੇ ਪੈਸੇ ਨਹੀਂ ਹੈਗੇ। ਮੈਂ ਕਿਹਾ ਜਿੰਨੇ ਕਰਨੇ ਆ ਜੀ ਐਂ ਸਕੈਨ ਕਰਕੇ ਭੇਜ ਦਿਓ, ਸਿੱਧੇ ਹੈ ਨਾ। ਕਿ ਤਰੀਕਾ ਹੈ ਕਿ ਜਾਣ ਨਹੀਂ ਦੇਣਾ, ਬਹਾਨਾ ਨਹੀਂ ਬਣਾਉਣ ਦੇਣਾ ਕਿ ਖੁੱਲ੍ਹੇ ਹੈ ਨਹੀਂ, 2 ਕਰਨੇ 5 ਕਰਨੇ 50 ਕਰਨੇ ਜੀ, ਲਓ ਜੀ ਗੂਗਲ ਪੇ ਕਰ ਦਿਓ, ਪੇਟੀਐਮ ਕਰ ਦਿਓ। ਖੈਰ ਪਾਤਸ਼ਾਹ ਜੀ ਰਹਿਮਤ ਕਰਨ ਕਿ ਸੋਈ ਜਪ ਜੋ ਪ੍ਰਭ ਜੀਉ ਭਾਵੈ, ਉਹੀ ਅਸਲ ਜਪ ਹੈ ਜੋ ਮਾਲਕ ਨੂੰ ਪ੍ਰਵਾਨ ਹੈ, ਮਾਲਕ ਨੂੰ ਭਾਉਂਦਾ ਹੈ, ਅਤੇ ਪਰਮਾਤਮਾ ਦੇ ਭਾਣੇ ਵਿੱਚ ਤੁਰਨਾ ਹੀ ਪੂਰਨ ਗਿਆਨ ਹੈ। ਕਿ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਧਾਰਨ ਕਰਕੇ ਹੀ ਜੀਵਨ ਜਿਉਣਾ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਭਾਵੈ, ਕਿ ਹੇ ਮਾਲਕ ਹੇ ਸਾਹਿਬ, ਜੋ ਸਾਹਿਬ ਤੇਰੇ ਮਨ ਭਾਵੈ, ਕਿ ਹੇ ਸਾਹਿਬ ਹੇ ਮਾਲਕ ਪ੍ਰਭੂ ਜੀਓ, ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਕਿ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ ਜੋ ਸਾਹਿਬ ਤੇਰੇ ਮਨ ਭਾਵੈ, ਜਿਹੜਾ ਤੇਰੇ ਮਨ ਵਿੱਚ ਤੈਨੂੰ ਪਿਆਰਾ ਲੱਗਦਾ ਹੈ, ਤੈਨੂੰ ਭਾਉਂਦਾ ਹੈ। ਤੂੰ ਸੰਤਨ ਕਾ ਸੰਤ ਤੁਮਹਾਰੇ, ਸੰਤ ਸਾਹਿਬ ਮਨ ਮਾਨਾ ਜੀਓ, ਤੂੰ ਸੰਤਨ ਕਾ ਕੀ ਅਰਥ ਹੈ ਜੀ, ਕਿ ਹੇ ਸਾਹਿਬ ਤੂੰ ਆਪਣੇ ਸੰਤਾਂ ਦਾ, ਸੇਵਕਾਂ ਦਾ, ਭਗਤਾਂ ਦਾ ਸਹਾਰਾ ਹੈ। ਸੰਤ ਤੁਮਹਾਰੇ, ਭਗਤ ਸੇਵਕ ਸੰਤ ਇਹ ਤੇਰੇ ਹੀ ਆਸਰੇ ਜਿਉਂਦੇ ਹਨ, ਭਾਵ ਤੇਰੇ ਹੀ ਆਸਰੇ ਨੇ। ਤੂੰ ਸੰਤਨ ਕਾ, ਕਿ ਸੰਤਾਂ ਦਾ ਆਸਰਾ ਤੂੰ ਹੀ ਹੈ, ਤੇ ਸੰਤ ਤੇਰੇ, ਸੰਤ ਭਗਤ ਸੇਵਕ ਤੇਰੇ ਹੀ ਆਸਰੇ ਗੁਰਮੁਖ ਜਨ ਜਿਉਂਦੇ ਹਨ। ਸੰਤ ਸਾਹਿਬ ਮਨ ਮਾਨਾ ਜੀਓ, ਤੇਰੇ ਸੰਤਾਂ ਦਾ ਮਨ ਸਦਾ ਤੇਰੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਮਨਾਂ ਤੋਂ ਭਾਵ ਭਤੀਜਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਤੂੰ ਸੰਤਨ ਕੀ ਕਰਹਿ ਪ੍ਰਤਪਾਲਾ, ਸੰਤ ਖੇਲੈ ਤੁਮ ਸੰਗ ਗੋਪਾਲਾ। ਇਸ ਸ਼ਬਦ ਦੀ ਆਪਾਂ ਸੰਤ ਦੀ ਬਹੁਤ ਵਾਰ ਵਿਚਾਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਵੀ ਕੀਤੀ ਹੈ, ਸ਼ਾਮ ਦੇ ਦੀਵਾਨਾਂ ਵਿੱਚ ਵੀ ਕੀਤੀ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਬਾਅਦ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਸਮੇਂ ਤੱਕ ਵੀ ਸੰਤ ਸਿੱਖ ਧਰਮ ਵਿੱਚ ਕੋਈ ਨਹੀਂ ਹੈਗਾ ਸੀ। ਪਰ ਕੀ ਹੈ ਕਿ ਇਹ ਵਿਸ਼ੇਸ਼ ਤੌਰ 'ਤੇ ਬਹੁਤ ਵਾਰ ਗੁਰਬਾਣੀ ਦੇ ਵਿੱਚ ਸੰਤ ਸ਼ਬਦ ਵਰਤਿਆ ਗਿਆ ਹੈ, ਜਿਹੜੇ ਗੁਰਮੁਖ ਜਨ ਨੇ, ਗੁਰੂ ਦੀ ਰਜ਼ਾ ਵਿੱਚ ਤੁਰਦੇ ਨੇ। ਉਹ ਕੋਈ ਵੀ ਹੋ ਸਕਦਾ ਹੈ, ਉਹ ਕਿਰਤਕਾਰ ਕਰਨ ਵਾਲਾ ਵੀ ਹੋ ਸਕਦਾ, ਇਹ ਨਹੀਂ ਕਿ ਚੋਲਾ ਪਾ ਕੇ ਵੱਡਾ ਸਾਰਾ ਪੈਰਾਂ ਤੱਕ ਅਤੇ ਨਾਲ 5-7 ਗੱਡੀਆਂ ਅਤੇ 20-50 ਚੇਲੇ ਲੈ ਕੇ ਉਹੀ ਸੰਤ ਹੈ। ਹੋ ਸਕਦਾ ਹੈ ਠੱਗ ਹੋਵੇ, ਬਗਲਾ ਹੋਵੇ, ਕੋਈ ਇੱਕ ਅੱਧਾ ਠੀਕ ਹੋ ਸਕਦਾ ਹੈ, ਅਦਰਵਾਈਜ਼ ਬਾਕੀ ਸਾਰੇ ਵਪਾਰ ਕਰਨ ਵਾਲੇ ਪਾਸੇ ਤੁਰੇ ਹੋਏ। ਖੈਰ ਰਹਿਮਤ ਕਰਨ ਕਿ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਹੀ ਕੀ ਕੀਤਾ ਹੈ ਕਿ ਸਾਡੇ ਵਿੱਚ
ਘੁਸਪੈਠ ਕਰ ਦਿੱਤੀ ਕਿ ਨਹੀਂ, ਸ਼ਬਦ ਤਾਂ ਗੁਰਮੁਖ ਵੀ ਬਹੁਤ ਵਾਰੀ ਆਉਂਦਾ, ਸ਼ਬਦ ਤਾਂ ਭਗਤ ਵੀ ਬੜੀ ਵਾਰੀ ਆਉਂਦਾ, ਉਹਨਾਂ ਨੂੰ ਕਿਉਂ ਨਹੀਂ ਬਣਾਇਆ ਗਿਆ? ਕਿਉਂਕਿ ਇਹਨੂੰ ਵਿਸ਼ੇਸ਼ ਤੌਰ 'ਤੇ ਵੱਖਰਾ ਕਰਕੇ ਸਮਾਜ ਦੇ ਇੱਕ ਸੰਤ ਦੀ ਵੱਡੀ ਜਿਹੜੀ ਹੈ ਜਮਾਤ ਖੜੀ ਕਰ ਦਿੱਤੀ ਗਈ ਕਿ ਬਸ ਇਹਦੇ ਨਾਲ ਜੁੜੋ, ਗੁਰੂ ਨਾਲ ਨਹੀਂ ਜੁੜਨਾ। ਬਲਕਿ ਸੰਤ ਦੇ ਅਰਥ ਸੇਵਕ ਵੀ ਨੇ, ਭਗਤ ਨੇ, ਤੇ ਸੰਤ ਦਾ ਅਰਥ ਗੁਰੂ ਵੀ ਹੈ, ਸੰਤ ਦਾ ਅਰਥ ਗੁਰਬਾਣੀ ਵਿੱਚ ਪਰਮਾਤਮਾ ਵੀ ਹੈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ ਕਿ ਤੂੰ ਸੰਤਨ ਕੀ ਕਰੈ ਪ੍ਰਤਪਾਲਾ, ਹੇ ਗੋਪਾਲ ਪ੍ਰਭੂ, ਹੇ ਸ੍ਰਿਸ਼ਟੀ ਦੇ ਪਾਲਨਹਾਰ, ਤੂੰ ਆਪਣੇ ਸੰਤਾਂ ਸੇਵਕਾਂ ਦੀ ਸਦਾ ਰੱਖਿਆ ਕਰਦਾ ਹੈ। ਸੰਤ ਖੇਲੈ ਤੁਮ ਸੰਗ ਗੋਪਾਲਾ, ਕਿ ਹੇ ਗੋਪਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ, ਤੇਰੇ ਚਰਨਾਂ ਵਿੱਚ ਜੁੜੇ ਰਹਿ ਕੇ ਭਗਤ ਸੇਵਕ ਸੰਤ ਆਤਮਿਕ ਆਨੰਦ ਮਾਣਦੇ ਹਨ। ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ। ਆਪਣੇ ਸੰਤ ਤੁਧ ਖਰੇ ਪਿਆਰੇ, ਬਹੁਵਚਨ ਸ਼ਬਦ ਹੈ ਕਿ ਤੈਨੂੰ ਆਪਣੇ ਸੰਤ ਭਾਵ ਸੇਵਕ ਬਹੁਤ ਪਿਆਰੇ ਲੱਗਦੇ ਹੈ। ਹੁਣ ਪਿਆਰਾ ਕੋਈ ਵੀ ਲੱਗ ਸਕਦਾ ਜਿਹੜਾ ਉਹਦੇ ਹੁਕਮ ਵਿੱਚ ਹੈ। ਗੁਰਮੁਖ, ਸੇਵਕ, ਭਗਤ ਸਾਰੇ ਕੀ ਹੈ? ਇਹ ਇੱਕੋ ਹੀ ਅਰਥ ਕਰ ਰਹੇ ਨੇ। ਇਹ ਨਹੀਂ ਕਿ ਸੰਤ ਕੋਈ ਵੱਖਰਾ ਹੈ ਜਿਹੜਾ ਅੱਗੇ ਆਪਦੇ ਨਾਂ ਨਾਲ ਸੰਤ ਲਾਉਂਦਾ ਉਹੀ ਮਾਲਕ ਨੂੰ ਪਿਆਰਾ ਲੱਗਦਾ ਹੈ। ਬਹੁਤਿਆਂ ਦਾ ਤੇ ਬਾਣੀ ਨਾਲ ਲੈਣ ਦੇਣ ਹੀ ਨਹੀਂ ਹੁੰਦਾ। ਜਿਹੜੇ ਆਪਣੇ ਆਪ ਨੂੰ ਸੰਤ ਖਵਾਉਂਦੇ ਆ ਸਮਾਜ ਦੇ ਵਿੱਚ, ਸਿਰਫ ਪੁਰਾਣੇ ਬਾਬਿਆਂ ਦੀਆਂ ਜਾਂ ਹੋਰ ਇੱਧਰੋਂ ਖਿੱਚ ਖੁੱਚ ਕੇ ਕਹਾਣੀਆਂ ਸੁਣਾਈ ਜਾਣੀਆਂ, ਸਾਖੀਆਂ ਸੁਣਾਈ ਜਾਣੀਆਂ, ਤੇ ਨਾਲ ਕੀ ਹੈ, ਕੱਚੀਆਂ ਧਾਰਨਾ ਪੜ੍ਹੀ ਜਾਣੀਆਂ। ਗੁਰਬਾਣੀ ਨਹੀਂ ਸੁਣਾਉਣੀ ਤੁਹਾਨੂੰ। ਜੇ ਗੁਰਬਾਣੀ ਤੁਸੀਂ ਸੁਣ ਲਈ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਸੱਚ ਕੀ ਹੈ। ਇਹ ਤਰੀਕਾ ਹੈ। ਕਦੇ ਵੇਖਿਓ ਕੋਈ ਵੀ ਦੀਵਾਨ YouTube 'ਤੇ ਜਾਂ ਵੈਸੇ ਸੁਣ ਕੇ ਕਿਸੇ ਵੀ ਸੰਬੰਧ ਵਿੱਚ ਹੋਏਗੀ ਨਾ, ਕੋਈ ਵੀ ਦੀਵਾਨ ਕਿਤੇ ਹੋਏਗਾ, ਉਹਦੇ ਵਿੱਚ ਇੱਕ ਸਾਖੀ ਲੈ ਲਈ ਜਾਂਦੀ ਹੈ, 2-3 ਘੰਟੇ ਉਹਨੂੰ ਐ ਰਗੜ ਰਗੜ ਕੇ ਐਂ ਹੋ ਗਿਆ ਜੀ, ਐਂ ਹੋ ਗਿਆ ਜੀ, ਫਿਰ ਉਹਦੇ 'ਤੇ ਕੱਚੀਆਂ ਧਾਰਨਾ ਤਿਆਰ ਕੀਤੀਆਂ ਹੁੰਦੀਆਂ ਕਿ ਐਂ ਕੀਤਾ, ਐਂ ਕੀਤਾ। ਇੱਕੋ ਸਾਖੀ 'ਤੇ ਤੁਹਾਨੂੰ 2-2.5-3 ਘੰਟੇ ਲਾ ਕੇ ਚਲੋ ਜੀ ਫਤਿਹ ਬਾਅਦ ਦੇ ਵਿੱਚ। ਬਾਣੀ ਨਹੀਂ ਸੁਣਾਉਣੀ ਤੁਹਾਨੂੰ। ਜੇ ਸੁਣਾ ਵੀ ਦਿੱਤੀ ਤੇ ਉਹਦੇ ਅਰਥ ਇਹੋ ਜਿਹੀਆਂ ਪੰਕਤੀਆਂ ਕੱਢ ਕੇ ਕਰ ਲੈਣੇ ਕਿ ਦੇਖੀਏ ਸੰਤ ਪਿਆਰੇ, ਕਿ ਮਾਲਕ ਦੇ ਪਿਆਰੇ ਹੁੰਦੇ, ਕਿ ਭਾਈ ਬਾਕੀ ਜਿਹੜੀ ਦੁਨੀਆ ਤੁਰੀ ਫਿਰਦੀ ਹੈ ਗੁਰੂ ਦੇ ਹੁਕਮ ਵਿੱਚ ਜਾਂ ਮਾਲਕ ਦੇ ਵਿੱਚ, ਉਹ ਮਾਲਕ ਨੂੰ ਪਿਆਰੀ ਨਹੀਂ ਲੱਗਦੀ। ਖੈਰ ਪਾਤਸ਼ਾਹ ਜੀ ਰਹਿਮਤ ਕਰਨ, ਸੰਤ ਖੇਲੈ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਕਿ ਤੈਨੂੰ ਬੜੇ ਹੀ ਪਿਆਰੇ ਲੱਗਦੇ। ਖਰੇ ਤੋਂ ਭਾਵ ਬਹੁਤ ਪਿਆਰੇ ਲੱਗਦੇ ਹੈ। ਅਤੇ ਤੂੰ ਸੰਤਨ ਕੇ ਪ੍ਰਾਨਾ ਜੀਓ, ਪ੍ਰਾਨਾ ਤੋਂ ਭਾਵ ਜਿੰਦ ਜਾਨ, ਅਸਲ ਸਹਾਰਾ, ਕਿ ਸਾਡੇ ਸਰੀਰ ਦਾ ਆਸਰਾ ਕੀ ਹੈ, ਸਹਾਰਾ ਕੀ ਹੈ? ਜਿੰਦ ਜਾਨ ਹੈ ਨਾ, ਪ੍ਰਾਣ ਹੀ ਹੈ। ਪ੍ਰਾਣ ਹੈ ਤੇ ਸਰੀਰ ਚੱਲਦਾ ਹੈ, ਭਾਵ ਸਹਾਰਾ। ਕਿ ਤੂੰ ਸੰਤਾਂ ਦੀ ਜਿੰਦ ਜਾਨ ਹੈ, ਭਾਵ ਸਹਾਰਾ ਹੈ ਆਪਣੇ ਸੇਵਕਾਂ ਦੀ, ਭਗਤਾਂ ਦੀ। ਉਨ ਸੰਤਨ ਕੈ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ। ਕਿ ਉਨ ਸੰਤਨ ਕਹਿ ਮੇਰਾ ਮਨ ਕੁਰਬਾਨੇ, ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ, ਸੇਵਕਾਂ ਤੋਂ ਸਦਾ ਸਦਕੇ ਹੈ, ਕੁਰਬਾਨ ਹੈ। ਜਿਨ ਤੂੰ ਜਾਤਾ, ਜਿਨ੍ਹਾਂ ਨੇ ਤੈਨੂੰ ਜਾਣ ਲਿਆ ਹੈ, ਪਛਾਣ ਲਿਆ ਹੈ, ਤੇਰੇ ਨਾਲ ਡੂੰਘੀ ਸਾਂਝ ਪਾ ਲਈ ਹੈ। ਜੋ ਤੁਧ ਮਨ ਭਾਨੇ, ਜਿਹੜੇ ਤੈਨੂੰ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ, ਭਾਉਂਦੇ ਹਨ। ਤਿਨ ਕੈ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਅਘਾਨਾ ਜੀਓ। ਤ੍ਰਿਪਤ ਅਤੇ ਅਗਾਨਾ ਦਾ ਅਰਥ ਕੀ ਹੈ ਜੀ? ਮਾਇਆ ਦੇ ਪਦਾਰਥਾਂ ਵੱਲੋਂ ਰੱਜਿਆ ਹੋਇਆ। ਤ੍ਰਿਪਤ ਹੋਇਆ ਤੇ ਅਗਾਨਾ, ਦੋਵੇਂ ਇੱਕੋ ਹੀ ਅਰਥ ਕਰ ਰਹੇ ਨੇ। ਕਿ ਹੇ ਨਾਨਕ ਆਖ ਕੇ ਹੇ ਪ੍ਰਭੂ, ਜਿਹੜੇ ਵਡਭਾਗੀ ਉਹਨਾਂ ਦੀ ਸੰਗਤ ਵਿੱਚ ਰਹਿੰਦੇ ਹਨ, ਤਿਨ ਕੈ ਸੰਗ ਸਦਾ ਸੁਖ ਪਾਇਆ,
ਕਿ ਉਹ ਸਦਾ ਹੀ ਆਤਮਿਕ ਆਨੰਦ ਮਾਣਦੇ ਹਨ, ਆਤਮਿਕ ਸੁੱਖ ਮਾਣਦੇ ਪ੍ਰਾਪਤ ਕਰਦੇ ਹਨ। ਉਹ ਪ੍ਰਮਾਤਮਾ ਦਾ ਨਾਮ ਰਸ ਪੀ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਸਦਾ ਰੱਜੇ ਰਹਿੰਦੇ ਆ, ਤ੍ਰਿਪਤ ਰਹਿੰਦੇ ਹਨ, ਅਘਾਏ ਰਹਿੰਦੇ ਹਨ। ਤ੍ਰਿਪਤ ਅਘਾਨਾ ਜੀਓ ਸਤਿਗੁਰੂ ਜੀ ਰਹਿਮਤ ਕਰਨ ਕਿ ਸਾਨੂੰ ਵੀ ਬਾਣੀ ਦੀ ਜੋ ਅਸਲ ਵਿਚਾਰ ਹੈ ਉਹ ਸਮਝ ਆ ਜਾਏ। ਅਸੀਂ ਵੀ ਦੁਨਿਆਵੀ ਮਨੁੱਖਾਂ ਸਰੀਰਾਂ ਦੇ ਨਾਲ ਜੁੜਨ ਦੀ ਬਜਾਏ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣਾ ਇਹ ਜਨਮ ਅਤੇ ਕਰਮ ਜਿਹੜੇ ਹਨ ਉਹ ਸਫਲੇ ਕਰਨੇ ਕਰੀਏ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।